जी दोस्तों, मैं सैयद इजाज़ गिलानी। असी अज साड़ी खुशकिस्मती है कि असी पंजाबी ज़बान दे परमन्ने सुच्चे ते महान शायर जनाब तजम्मल करीम होरां दे कोल मौजूद हाँ। ते साडा इन्हां नाल पिछले 40 वरियां दा तलक है, जिहड़ा मुहब्बत दा ते एहतराम दा ते प्यार दा तलक है। ते साडे वास्ते बड़ी खुशी दी गल है कि इन्हां नूं एक शायर की हसीयत नाल, एक बड़े वड्डे शायर की हसीयत नाल, जिहड़ा कि गज़ल पंजाबी गज़ल कहण दे हवाले नाल मशहूर भी है और पूरी दुनिया च इज़्ज़त मिली है। ये मुकाम ना सिर्फ चूड़ियाँ बाबे बुल्ले शाह की नगरी कसूर, फिर पंजाब ते फिर पाकिस्तान ते फिर वड्डे जिहड़े दे लਹਿੰਦੇ ते चढ़दे पंजाब का एजाज़ है और फखर है। और असी इहदे ते खुशी भी है सानू ते सानू माण भी है। ਤੇ ਅੱਜ ਅਸੀਂ ਉਹਨਾਂ ਦੇ ਨਾਲ ਮੌਜੂਦ ਹਾਂ ਤੇ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਸ਼ਾਇਰ ਜਿਹੜਾ ਹੈ ਉਹਨੇ ਕਿਵੇਂ ਇਹ ਮੰਜ਼ਿਲ ਤੈਅ ਕੀਤੀ, ਕਿਉਂਕਿ ਕਬੂਲੀਅਤ ਅੱਲਾ ਦੇ ਹਾਂ ਹੀ ਹੈ। ਸ਼ਾਇਰ ਬੜੇ ਬੜੇ ਹੋਏ ਨੇ ਤੇ ਲੇਕਿਨ ਜਿਨ੍ਹਾਂ ਨੂੰ ਸ਼ੋਹਰਤ ਮਿਲੀ ਹੈ, ਜਿਨ੍ਹਾਂ ਦੇ ਫਾਲੋਇੰਗ ਹੋਏ ਜਾਂ ਜਿਹੜੇ ਜ਼ਿੰਦਾ ਰਹੇ ਨੇ ਸ਼ਾਇਰੀ ਦੇ ਵਿੱਚ, ਉਹਨਾਂ ਦਾ ਇੱਕ ਆਪਣਾ ਹੀ ਮੁਕਾਮ ਹੈ ਔਰ ਉਹਨਾਂ ਦਾ ਇੱਕ ਖਾਸ ਉਹਨਾਂ 'ਤੇ ਜਿਵੇਂ ਕਰਮ ਅੱਲਾ ਦਾ ਹੁੰਦਾ ਹੈ ਉਹ ਹੁੰਦਾ ਹੈ। ਅਤੇ ਅੱਜ ਅਸੀਂ ਤਜੰਮਲ ਕਰੀਮ ਹੋਰਾਂ ਦੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਆਪਣਾ ਸਫ਼ਰ ਕਿਵੇਂ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਜਿਹੜੀ ਆਮਦ ਹੈ ਜਾਂ ਅਤਾ ਹੈ ਉਹ ਕਿਵੇਂ ਹੁੰਦੀ ਹੈ। ਅਤੇ ਆਓ ਅੱਜ ਉਹਨਾਂ ਨਾਲ ਗੱਲ ਕਰਨੇ ਹਾਂ। ਜੀ ਮਲਕ ਸਾਹਿਬ, ਕੈਸੀ ਤਬੀਅਤ ਹੈ? ਅੱਲਾ ਕਰੀਮ ਦਾ ਬਹੁਤ ਕਰਮ ਜੀ, ਸ਼ੁਕਰ ਸ਼ਾਹ ਜੀ। ਅੱਛਾ, ਇਹ ਦੱਸੋ ਬਈ ਤੁਹਾਡੀਆਂ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਨੇ ਉਹ 5 ਕਿਤਾਬਾਂ ਆ ਗਈਆਂ ਨੇ, ਕੋਈ ਹੋਰ ਕਿਤਾਬ ਵੀ? ਜੀ ਕਿਤਾਬ ਤਿਆਰ ਪਈ ਹੈ, ਬਸ ਮੈਂ ਬਿਮਾਰ ਹਾਂ ਇਸ ਵਜ੍ਹਾ ਤੋਂ ਨਹੀਂ ਦੇ ਸਕਿਆ ਛਪਣ ਵਾਸਤੇ। ਅਤੇ ਉਹਦਾ ਨਾਂ ਕੀ ਤੁਸੀਂ ਰੱਖਿਆ? ਲਫ਼ਜ਼ਾਂ ਦੇ ਦੰਦ। ਵਾਹ ਜੀ ਵਾਹ। ਅਤੇ ਜਿਹੜੀ ਤੁਹਾਨੂੰ ਸਭ ਤੋਂ ਕਿਤਾਬਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸ਼ੋਹਰਤ ਜਿਹੜੀ ਕਿਤਾਬ ਨੂੰ ਮਿਲੀ ਹੈ ਉਹ ਉਹਦਾ ਨੰਬਰ ਕਿਹੜਾ ਹੈ, ਉਹਨਾਂ ਦਾ ਨਾਂ ਦੱਸੋ। ਕਿਤਾਬਾਂ ਤਾਂ ਸਾਰਿਆਂ ਨੂੰ ਇੱਜ਼ਤ ਮਿਲੀ ਹੈ ਜੀ, ਅਤੇ ਇੱਜ਼ਤ ਦੇਣ ਵਾਲਾ ਅੱਲਾ ਕਰੀਮ ਹੈ। ਪਰ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਬਰਫਾਂ ਹੇਠ ਤੰਦੂਰ, ਉਹਨੂੰ ਤਾਂ ਕਮਾਲ ਸ਼ੋਹਰਤ ਮਿਲੀ ਹੈ। ਮੈਂ ਉਹਦੀਆਂ 300 ਰੁਪਏ ਉਹਦੀ ਕੀਮਤ ਸੀ ਅਤੇ ਮੈਂ ਉਹਦੀਆਂ ਸੈਕਿੰਡ ਹੈਂਡ ਕਾਪੀਆਂ 5-5 ਹਜ਼ਾਰ 'ਚ ਵਿਕਦੀਆਂ ਵੇਖੀਆਂ। ਵਾਹ ਜੀ ਵਾਹ, ਬੜੀ ਗੱਲ ਹੈ ਜਨਾਬ। ਇਹ ਮੈਂ ਵੀ ਇਹਦੀ ਗੱਲ ਕਰਨ ਲੱਗਾ ਸਾਂ, ਚੂँਕਿ ਕੈਨੇਡਾ 'ਚ ਰਹਿੰਦਿਆਂ ਹੋਇਆਂ ਮੈਨੂੰ ਕਦੇ ਕਦੇ ਬੈਠਿਆਂ ਤੁਸੀਂ ਯਾਦ ਆ ਜਾਂਦੇ ਸੀ ਵੀ ਮਲਕ ਸਾਹਿਬ ਨੇ ਸ਼ਾਇਦ ਇਹ ਕਿਤਾਬ ਜਿਹੜੀ ਇੰਝ ਕੈਨੇਡਾ 'ਚ ਬਹਿ ਕੇ ਲਿਖੀ ਹੈ ਕਿ ਬਰਫਾਂ ਦੇ ਵਿੱਚ ਹੇਠ ਤੰਦੂਰ ਜਿਹੜਾ ਹੈ। ਔਰ ਦੂਜਾ ਹੈ ਕਿ ਤੁਸੀਂ ਬਾਬੇ ਬੁੱਲੇ ਸ਼ਾਹ ਤੋਂ ਤੁਹਾਡੀ ਜਿਹੜੀ ਇੰਸਪਾਇਰੇਸ਼ਨ ਹੈ ਜਾਂ ਉਹਦੇ ਤੋਂ ਉਹਨਾਂ ਤੋਂ ਮੁਤਾਸਰ ਹੋਣਾ ਹੈ ਕਿ ਤੁਹਾਡੇ ਅਕਸਰ ਸ਼ੇਅਰਾਂ ਦੇ ਵਿੱਚ ਜਿਹੜਾ ਹੈ ਉਹ ਉੱਠ ਬੁੱਲੇ ਨੂੰ ਜੀ ਜਿਹੜਾ ਸ਼ੇਰ ਮੈਂ ਅਰਜ਼ ਕਰਨਾ ਜੀ, ਮੇਰੇ ਮੁਰਸ਼ਿਦ ਨੇ ਅਤੇ ਮੈਂ ਉਹਨਾਂ ਦੀ ਸ਼ਾਇਰੀ ਤੋਂ ਬਹੁਤ ਸਿੱਖਿਆ ਮੈਂ। ਅੱਛਾ, ਕਿਹੜਾ ਬਾਬਾ ਬੁੱਲੇ ਸ਼ਾਹ ਦਾ ਜਿਹੜਾ ਇੱਕ ਤਾਂ ਮੁਰਸ਼ਿਦ ਨਾਲ ਉਹਨਾਂ ਦਾ ਜਿਹੜਾ ਤਲਕ ਹੈ ਖਾਸ, ਫਿਰ ਉਹਨਾਂ ਦਾ ਜਿਹੜਾ ਲੌ ਹੈਗੀ ਹੈ, ਜਿਹੜਾ ਉਹਨਾਂ ਦਾ ਆਵਾਮ ਦੇ ਨਾਲ ਜਿਹੜਾ ਖਿਤਾਬ ਹੈ, ਤੁਹਾਨੂੰ ਕਿਹੜਾ ਹਿੱਸਾ ਪਸੰਦ ਹੈ? ਨਹੀਂ ਜੀ, ਸ਼ਾਇਰੀ ਦੇ ਵਿੱਚ ਸਾਰੇ ਹਿੱਸੇ ਹੀ ਆਉਂਦੇ ਨੇ। ਸ਼ਾਇਰੀ ਇੱਕ ਫਨ ਹੈ, ਇਹ ਫਨ ਦਾ ਸ਼ਹਿਨਸ਼ਾਹ ਸੀ ਮੁਰਸ਼ਿਦ ਬੁੱਲਾ। ਛੇਤੀ ਬੋੜੀ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਆਹਾ ਹਾ। ਅੱਛਾ, ਤੁਸੀਂ ਆਪਣੀ ਕਿਤਾਬ ਬਰਫਾਂ ਹੇਠ ਤੰਦੂਰ 'ਚ ਜਿਹੜਾ ਉਹਦਾ ਕੋਈ ਸ਼ੇਰ ਜਿਹੜਾ ਸਾਨੂੰ ਜਾਂ ਗਜ਼ਲ ਜਿਹੜੀ ਉਹ ਸੁਣਾਉਣਾ ਚਾਹੋ? ਇਹ ਜੀ ਬਹੁਤ ਪੁਰਾਣੀ ਗੱਲ ਹੈ। ਇਹ ਕਿੰਨੀ ਪੁਰਾਣੀ ਹੋ ਗਈ? 29 ਸਾਲ ਪੁਰਾਣੀ। ਹਾਂ, 30 ਸਾਲ ਪੁਰਾਣੀ ਗੱਲ ਹੈ। ਮੈਂ ਪੇਸ਼ ਕਰਨਾ ਜੀ। ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ, ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ, ਖਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ।
ਫੁੱਟ ਪਾਥੀਏ ਵਿਕ ਕੇ ਮਹਿਲ ਲੈ ਗਏ, ਫੁੱਟ ਪਾਥੀਏ ਵਿਕ ਕੇ ਮਹਿਲ ਲੈ ਗਏ, ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ। ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ, ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ। ਜੁੱਤੀ 12 ਦੀ ਲੈਣ ਲਈ ਮਾਲ ਵੀ ਦੇ, ਰੱਬਾ ਜਿਹਨੂੰ ਹੀ ਜੇਠ ਤੇ ਹਾੜ ਦਿੱਤੇ। ਜੀ ਜੀ, ਇਹ ਤੁਹਾਡੀ ਹਰ ਗਜ਼ਲ ਹੀ ਵੈਸੇ ਤਾਂ ਬੜੀ ਬਾਮਾਨੀ ਅਤੇ ਉਹਦੇ ਪਿੱਛੇ ਇੱਕ ਬੜਾ ਜਿਹੜਾ ਉਹ ਦਰਦ ਔਰ ਇੱਕ ਬੜਾ ਜਿਹੜਾ ਉਹ ਜਜ਼ਬਾ ਇਹ ਦੇਖਿਆ ਗਿਆ ਹੈ ਕਿ ਤੁਸੀਂ ਬੜਾ ਜਿਵੇਂ ਹੁੰਦਾ ਨਾ, ਇੱਕ ਹੁੰਦਾ ਹੈ ਕਿ ਸ਼ੌਕਤ ਅਲੀ ਨੂੰ ਕਿਸੇ ਨੇ ਕਿਹਾ ਸੀ ਕਿ ਜੀ ਇਹ ਖੁੱਲ੍ਹੇ ਗਲੇ ਦਾ ਜਿਹੜਾ ਉਹ ਗੁਲੂਕਾਰ ਹੈ ਕਿ ਜਿਹੜਾ ਖੁੱਲ੍ਹ ਕੇ ਗਾਉਂਦਾ। ਇਸੇ ਤਰ੍ਹਾਂ ਤੁਹਾਡੀ ਸ਼ਾਇਰੀ ਵੀ ਹੈ ਕਿ ਜਨਾਬ ਤੁਸੀਂ ਪੂਰਾ ਦਬੰਗ ਅੰਦਾਜ਼ ਦੇ ਵਿੱਚ ਜਿਹੜੀ ਹੈ ਉਹ ਹਰ ਸ਼ੇਰ ਉਹਦੇ ਪਿੱਛੇ ਇੱਕ ਲੌਜਿਕ ਹੈ, ਇੱਕ ਜਿਹੜਾ ਉਹ ਉਮੀਦ ਹੈ ਔਰ ਇੱਕ ਜਿਹੜਾ ਤੁਸੀਂ ਲੋਕਾਂ ਨੂੰ ਸਮਝਦੇ ਹੋ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਦੁੱਖ ਹੈ ਉਹਨੂੰ ਵੀ ਤੁਸੀਂ ਅੱਗੇ ਲੈ ਕੇ ਆਉਂਦੇ ਹੋ। ਅੱਛਾ, ਇਹ ਦੱਸੋ ਕਿ ਸ਼ਾਇਰ ਜਿਹੜਾ ਹੈ ਜੀ ਉਹ ਪੈਦਾਇਸ਼ੀ ਹੁੰਦਾ ਹੈ ਜਾਂ ਕਿ ਉਹ ਘੜਿਆ ਵੀ ਜਾਂਦਾ ਜਾਂ ਬਣ ਵੀ ਸਕਦਾ? ਨਹੀਂ ਜੀ, ਸ਼ਾਇਰ ਜਮਾਂਦਰੂ ਹੁੰਦਾ, ਜਾਂ ਤੇ ਜੰਮਣ ਵਾਲਾ ਬੱਚਾ ਸ਼ਾਇਰ ਹੁੰਦਾ ਜਾਂ ਨਹੀਂ ਹੁੰਦਾ। ਤੁਸੀਂ ਇਹ ਕੋਈ 12ਵੀਂ 14ਵੀਂ 16ਵੀਂ ਜਮਾਤ ਨਹੀਂ ਵੀ ਤੁਸੀਂ ਪੜ੍ਹ ਕੇ ਪਾਸ ਕਰ ਲਓਗੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਜਾਂ ਤੇ ਉਹਨੂੰ ਰੱਬ ਨੇ ਸ਼ਾਇਰ ਬਣਾਇਆ ਜਾਂ ਨਹੀਂ ਬਣਾਇਆ, ਬਸ ਵਿਚਕਾਰ ਗੱਲ ਹੀ ਕੋਈ ਨਹੀਂ। ਅੱਛਾ, ਇਹ ਤੁਹਾਡੀ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ। ਇੱਥੇ ਫਿਰ ਜਿਹੜੀ ਸ਼ਾਇਰ ਜਿਹੜਾ ਉਸਤਾਦ ਫੜਦਾ ਹੈ ਜਾਂ ਉਸਤਾਦੀ ਸ਼ਾਗਿਰਦੀ ਹੈ ਸ਼ਾਇਰੀ 'ਚ, ਉਹਦੀ ਉਹ ਕੀ ਅਹਿਮੀਅਤ ਹੈ ਫਿਰ? ਉਹ ਮੈਂ ਅਰਜ਼ ਕਰਨਾ ਜੀ, ਉਹ ਇੰਝ ਕਿ ਮੈਨੂੰ ਮਿਸਾਲ ਦੇ ਤੌਰ 'ਤੇ ਸ਼ੇਰ ਕਹਿੰਦੇ ਆ 40-45 ਸਾਲ ਹੋ ਗਏ ਨੇ, ਮੇਰੇ ਕੋਲ ਕੋਈ ਮੁੰਡਾ ਆਉਂਦਾ 22-23 ਸਾਲ ਦਾ, ਉਹ ਆ ਕੇ ਮੈਨੂੰ ਉਸਤਾਦ ਫੜਦਾ ਅਤੇ ਉਹ ਸਿਰਫ ਇਸ ਵਾਸਤੇ ਫੜਦਾ ਵੀ ਇਹਨੇ ਜਿਹੜੇ 40 ਸਾਲ ਠੁੱਡੇ ਖਾਧੇ ਨੇ, ਮੈਂ ਇਹਦੇ ਕੋਲੋਂ 40 ਦਿਨਾਂ ਹੀ ਸਿੱਖਣ ਦੀ ਕੋਸ਼ਿਸ਼ ਕਰਾਂ, ਮੈਂ ਉਹਨਾਂ ਠੁੱਡਿਆਂ ਤੋਂ ਬਚ ਜਾਵਾਂ। ਅਤੇ ਇਹ ਹੀ ਹੁੰਦਾ, ਪਾਲਿਸ਼ ਹੀ ਕਰਨਾ ਹੁੰਦਾ, ਹੋਰ ਤਾਂ ਜੋ ਉਹਦੇ ਕੋਲ ਕਾਬਲੀਅਤ ਰੱਬ ਨੇ ਦਿੱਤੀ ਹੈ ਉਹ ਤਾਂ ਉਹਦੀ ਹੈ। ਅੱਛਾ, ਇਹ ਸ਼ਾਇਰ ਜਿਹੜਾ ਹੈ ਇਹ ਫਨਕਾਰ ਦੀ ਤਰ੍ਹਾਂ ਹੁੰਦਾ ਹੈ ਜਾਂ ਸ਼ਾਇਰ ਕੋਈ ਅਲੱਗ ਹੁੰਦਾ ਹੈ? ਨਹੀਂ ਜੀ, ਫਨਕਾਰ ਬਿਲਕੁਲ ਫਨਕਾਰ ਹੁੰਦਾ ਜੀ। ਅਤੇ ਤੁਸੀਂ ਕਿਹੜੀ ਉਮਰ 'ਚ ਸ਼ਾਇਰ ਜਿਹੜੇ ਨੇ ਯਾਨੀ ਸ਼ਾਇਰੀ ਵਾਲੇ ਰਾਗਬ ਹੋਏ ਜਾਂ ਸ਼ੇਰ ਕਹਿਣਾ ਸ਼ੁਰੂ ਕੀਤਾ? ਮੈਂ ਉਸ ਵੇਲੇ ਜੀ ਕੋਈ 8-9 ਸਾਲ ਦਾ ਸੀ ਜਿਸ ਵੇਲੇ ਮੈਂ ਸ਼ੇਰ ਕਹਿਣਾ ਸ਼ੁਰੂ ਕਰ ਦਿੱਤਾ ਸੀ। ਅਤੇ ਕੋਈ ਪਹਿਲਾ ਸ਼ੇਰ ਹੀ ਸੁਣਾਓ ਅਲਾਮਾ ਇਕਬਾਲ ਤਰ੍ਹਾਂ ਜਿਵੇਂ? ਪਹਿਲਾ ਸ਼ੇਰ ਤਾਂ ਨਹੀਂ ਯਾਦ ਕੀਤਾ ਜਾ ਸਕਦਾ ਜੀ। ਦੁਨੀਆ ਦੇ ਸਭ ਤੋਂ ਔਖੇ ਸਵਾਲ ਇਹ ਹੁੰਦੇ ਨੇ ਬਈ ਪਹਿਲਾ ਸ਼ੇਰ ਅਤੇ ਪਹਿਲਾ ਪਿਆਰ, ਇਹ ਦੱਸੋ। ਇਹ ਬਹੁਤ ਔਖੇ ਨੇ ਜੀ, ਇਹ ਨਹੀਂ ਦੱਸੇ ਜਾ ਸਕਦੇ। ਠੀਕ ਹੋ ਗਿਆ ਜੀ। ਅਤੇ ਤੁਹਾਡੇ ਕੋਲ ਉਸਤਾਦ ਵੀ ਹੋਣਗੇ? ਜੀ, ਮੈਂ ਜੀ ਮੇਰਾ ਬੇਸਿਕਲੀ ਤਾਂ ਉਸਤਾਦ ਉਹ ਸੋਹਣਾ ਜਿਹੜਾ ਬੈਠਾ ਹੈ ਉਹ ਹੈ। ਵੈਸੇ ਇਸ ਦੁਨੀਆ ਦੇ ਵਿੱਚ ਮੈਂ ਮੀਰ ਤਕੀ ਮੀਰ, ਫੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਗੁਲਜ਼ਾਰ ਜੀ ਅਤੇ ਅਹਿਮਦ ਫਰਾਜ਼, ਮੋਹਸਿਨ ਨਕਵੀ, ਸਾਗਰ ਸਦੀਕੀ, ਇਹਨਾਂ ਤੋਂ ਮੈਂ ਗਾਇਬਾਨਾ ਤੌਰ 'ਤੇ ਬਹੁਤ ਸਿੱਖਿਆ। ਇਹਨਾਂ ਦੀ ਸ਼ਾਇਰੀ ਤੋਂ ਮੈਂ ਬਹੁਤ ਸਿੱਖਿਆ। ਪੰਜਾਬੀ ਗਜ਼ਲ ਦਾ ਰੰਗ ਢੰਗ ਜਿਹੜਾ ਨਾ ਮੇਰਾ, ਉਹ ਜਿਹੜਾ ਇਹ ਬਣਿਆ ਉਹ ਇਹਨਾਂ ਸਾਰਿਆਂ ਦੀ ਵਜ੍ਹਾ ਤੋਂ ਬਣਿਆ। ਇਹ ਬੜੀ ਮਦਦ ਦੀ ਗੱਲ ਹੈ ਕਿ ਉਰਦੂ ਸ਼ਾਇਰਾਂ ਨੂੰ ਪੜ੍ਹ ਕੇ ਅਤੇ ਤੁਸੀਂ ਪੰਜਾਬੀ ਦਾ ਰੰਗ ਢੰਗ ਬਣਾਉਣਾ, ਇਹ ਵਾਕਿਆ ਹੀ ਬੜੀ ਵੱਡੀ ਮੰਜ਼ਿਲ ਹੈ, ਬੜੀ ਗੱਲ ਹੈ। ਅਤੇ ਤੁਸੀਂ ਗਾਲਬ ਨੂੰ ਕਿਵੇਂ ਛੱਡ ਗਏ ਵਿੱਚ? ਗਾਲਬ ਨੂੰ ਇਸ ਗੱਲੋਂ ਛੱਡ ਗਿਆ ਜੀ ਵੀ ਆਕੜ ਖਾਂ ਜਿਹਾ ਹੈਗਾ ਸੀ ਅਤੇ ਆਕੜ ਖਾਂ ਮੈਂ ਆਪ ਬਣਾ। ਹਾਂਜੀ,
ਉਹਨੂੰ ਮੈਂ ਇਸ ਕੋਲੋਂ ਛੱਡ ਦਿੱਤਾ। ਇੱਕ ਨਿਯਮ 'ਚ ਦੋ ਤਲਵਾਰਾਂ ਨਹੀਂ ਫੱਬਦੀਆਂ। ਤੇ ਗਾਲਬ ਜਿਹੜੇ ਨੇ ਉਹਨਾਂ ਨੂੰ ਤੁਸੀਂ ਵੈਸੇ ਤਾਂ ਮੰਨਦੇ ਹੋ ਨਾ? ਨਹੀਂ, ਸ਼ਾਇਰ ਤਾਂ ਕਮਾਲ ਹੈ। ਇੱਕ ਬਾਕਾਇਦਾ ਟਰਨ ਹੈ ਉਰਦੂ ਗਜ਼ਲ ਦੇ ਵਿੱਚ। ਗਾਲਬ ਤੋਂ ਆ ਕੇ ਇੱਕ ਬਾਕਾਇਦਾ ਟਰਨ ਸ਼ੁਰੂ ਹੋਇਆ, ਨਵਾਂ ਟਰੈਂਡ ਸ਼ੁਰੂ ਹੋਇਆ। ਗਾਲਬ ਨੇ ਆ ਕੇ ਸ਼ਾਇਰੀ ਨੂੰ ਇੱਕ ਨਵਾਂ ਰੰਗ ਦਿੱਤਾ। ਉਸ ਤੋਂ ਪਹਿਲੇ ਗਜ਼ਲ ਨੂੰ ਇਹ ਰੰਗ ਨਹੀਂ ਸੀ ਮਿਲਿਆ ਹੋਇਆ ਜਿਹੜਾ ਗਾਲਬ ਨੇ ਦਿੱਤਾ। ਤੇ ਤੁਹਾਨੂੰ ਕੋਈ ਗਾਲਬ ਦਾ ਕੋਈ ਸ਼ੇਰ ਜਿਹੜਾ ਬੜਾ ਦਿਲ ਨੂੰ ਲੱਗਿਆ ਹੋਵੇ, ਜਾਂ ਤੁਸੀਂ ਸਮਝਦੇ ਹੋ ਕਿ ਇਹ ਉਹਨੂੰ ਸਾਰੇ ਗਾਲਬ ਦੀ ਜਿੰਨੀ ਵੀ ਸ਼ਾਇਰੀ ਹੈ ਜਾਂ ਉਹਦਾ ਜਿਹੜਾ ਮਿਜ਼ਾਜ ਹੈ ਉਹਨੂੰ ਇਹ ਯਾਨੀ ਰਿਫਲੈਕਟ ਕਰਦਾ ਹੈ? ਗਾਲਬ ਦਾ ਹਰ ਸ਼ੇਰ ਹੀ ਗਾਲਬ ਹੈ ਜੀ। ਮੈਂ ਜਿਹੜੇ ਸ਼ੇਰ 'ਤੇ ਫਿਦਾ ਹੋ ਗਿਆ ਸਾਂ ਅਤੇ ਬਚਪਨ ਵਿੱਚ ਹੀ ਮੈਂ ਉਹ ਸ਼ੇਰ ਪੜ੍ਹਿਆ ਸੀ, ਉਦੋਂ ਹੀ ਮੈਂ ਕੁਰਬਾਨ ਹੋ ਗਿਆ ਸਾਂ। ਜ਼ਿੰਦਗੀ ਯੂੰ ਵੀ ਗੁਜ਼ਰ ਹੀ ਜਾਤੀ, ਹਾਏ ਜ਼ਿੰਦਗੀ ਯੂੰ ਵੀ ਗੁਜ਼ਰ ਹੀ ਜਾਤੀ, ਕਿਉਂ ਤੇਰਾ ਰਾਹ ਗੁਜ਼ਰ ਯਾਦ ਆਇਆ। ਐਡਾ ਖੂਬਸੂਰਤ ਤਲਾਜ਼ਮਾ ਅਤੇ ਐਡੀ ਆਸਾਨੀ ਨਾਲ ਅਤੇ ਉਮਦਗੀ ਨਾਲ ਬੰਨ੍ਹ ਦੇਣਾ ਇਹ ਗਾਲਬ ਦਾ ਕੰਮ ਸੀ। ਵਾਹ ਸੁਭਾਨ ਅੱਲਾ। ਅੱਛਾ, ਹੁਣ ਤੁਸੀਂ ਆਪ ਉਸਤਾਦ ਹੋ, ਅੱਲਾ ਨੇ ਬੜੀ ਤੁਹਾਨੂੰ ਇੱਜ਼ਤ ਦਿੱਤੀ ਹੈ, ਇੱਕ ਮੁਕਾਮ ਦਿੱਤਾ ਹੈ, ਔਰ ਤੁਹਾਡਾ ਜਿਹੜਾ ਦਸਤਰਸ ਹੈ ਯਾਨੀ ਸ਼ੇਰ ਦੇ ਉੱਤੇ, ਸ਼ੇਰ ਕਹਿਣ 'ਤੇ, ਸ਼ੇਰ ਸੁਣਨ 'ਤੇ ਔਰ ਸ਼ੇਰ ਨੂੰ ਪਰਖਣ 'ਤੇ ਉਹ ਮਾਸ਼ਾਅੱਲਾ ਬੜੀ ਹੈ। ਅਤੇ ਤੁਸੀਂ ਸ਼ਾਗਿਰਦ ਵੀ ਬਣਾਏ ਹੋਣਗੇ? ਹਾਂਜੀ, ਬਣਾਏ ਤਾਂ ਕੋਈ ਨਹੀਂ ਜੀ, ਬਣੇ ਫਿਰਦੇ ਨੇ। 100 ਕੁ ਤੀਕਰ ਤਾਂ ਮੈਂ ਗਿਣਤੀ ਯਾਦ ਰੱਖੀ ਸੀ, ਉਸ ਤੋਂ ਬਾਅਦ ਮੈਂ ਗਿਣਨੇ ਛੱਡਤੇ। ਹਾਂਜੀ। ਅੱਛਾ, ਗਿਣਤੀ ਤਾਂ ਵੈਸੇ 100 ਤੱਕ ਹੀ ਹੁੰਦੀ ਹੈ, ਬਾਕੀ ਤਾਂ ਉਸ ਤੋਂ ਬਾਅਦ ਫਿਰ ਉਹ ਕਾਊਂਟਿੰਗ ਹੈ ਯਾਨੀ। ਨਹੀਂ, ਮੈਂ ਫਿਰ ਛੱਡਤੇ ਜੀ। ਅੱਛਾ, ਅਤੇ ਕੋਈ ਉਹਨਾਂ ਦੇ ਵਿੱਚੋਂ ਤੁਹਾਨੂੰ ਲੱਗਿਆ ਹੋਵੇ ਕਿ ਜਿਹੜਾ ਯਾਨੀ ਵਾਕਈ ਸ਼ਾਗਿਰਦੀ ਇਹਨੇ ਜਿਹੜੀ ਹੈ ਉਹ ਇਖਤਿਆਰ ਕੀਤੀ ਹੈ ਅਤੇ ਉਹਨੂੰ ਅੱਗੇ ਵਧਾ ਰਿਹਾ? ਮੇਰੇ ਸ਼ਾਗਿਰਦਾਂ ਦੇ ਵਿੱਚੋਂ ਮੇਰਾ ਸਭ ਤੋਂ ਪਹਿਲਾ ਸ਼ਾਗਿਰਦ ਸੀ ਇਕਰਾਮ ਆਰਫੀ। ਸੀ ਕੀ ਹੈ ਅਤੇ ਬਹੁਤ ਆਲਾ ਸ਼ਾਇਰ ਹੈ, ਉਰਦੂ ਪੰਜਾਬੀ ਦੋਵੇਂ ਜ਼ਬਾਨਾਂ 'ਚ ਗਜ਼ਲ ਕਹਿੰਦਾ ਅਤੇ ਬਹੁਤ ਆਲਾ ਸ਼ਾਇਰ ਹੈ। ਫਿਰ ਜਿਹੜੇ ਮੇਰੇ ਸ਼ਾਇਰਾਂ ਨੇ ਬਾਕਾਇਦਾ ਨਾਂ ਕੱਢਿਆ ਔਰ ਬਹੁਤ ਅੱਛੀ ਗਜ਼ਲ ਕਹਿ ਰਹੇ ਨੇ, ਉਹਨਾਂ ਦੇ ਵਿੱਚ ਰਜ਼ਾ ਹਸਨ, ਅਕਰਮ ਰਿਆਨ, ਵਹੀਦ ਅਖਤਰ, ਨਾਮ ਕਾਫੀ ਨੇ। ਮੈਂ ਹੁਣ ਸ਼ਰੀਅਤ ਮੈਨੂੰ ਪਛਾਣ ਵਾਲੀ ਗੱਲ ਹੈ, ਮੈਂ ਕਿਹਦਾ ਨਾਂ ਲਵਾਂ ਅਤੇ ਕਿਹਦਾ ਨਾਂ ਲਵਾਂ? ਤੁਸੀਂ ਸਾਰਿਆਂ ਦਾ ਹੀ ਕਹਿ ਦਿਓ ਜਨਾਬ। ਸਾਰੇ ਹੀ ਚੰਗਾ ਕਹਿੰਦੇ ਪਏ ਨੇ ਜੀ। ਅੱਛਾ, ਇਹ ਦੱਸੋ ਕਿ ਆਮ ਤੌਰ 'ਤੇ ਇਹ ਤਾਸਰ ਹੈ ਕਿ ਜਿਹੜੀ ਹਿਊਮਨ ਐਵੋਲਿਊਸ਼ਨ ਹੈ ਯਾਨੀ ਇਨਸਾਨੀ ਜ਼ਿੰਦਗੀ ਦਾ ਇਰਤਕਾ ਜਿਹੜਾ ਹੈ ਉਹਦਾ ਤਕਾਜ਼ਾ ਹੈ ਕਿ ਬੇਟੇ ਨੂੰ ਬਾਪ ਤੋਂ ਬਿਹਤਰ ਹੋਣਾ ਚਾਹੀਦਾ ਹੈ, ਵਰਨਾ ਨਿਜ਼ਾਮ ਅੱਗੇ ਨਹੀਂ ਚੱਲਦਾ। ਇਸੇ ਤਰ੍ਹਾਂ ਜਿਹੜਾ ਸ਼ਾਇਰ ਹੈ ਉਹਦਾ ਅਗਰ ਕੋਈ ਸ਼ਾਗਿਰਦ ਅੱਗੇ ਨਿਕਲ ਜਾਏ ਅਤੇ ਜਿਹੜਾ ਉਸਤਾਦ ਹੈ ਉਹਨੂੰ ਖੁਸ਼ੀ ਹੁੰਦੀ ਹੈ ਜਾਂ ਕੋਈ ਜੈਲਸ ਵੀ ਹੁੰਦੇ ਨੇ ਕੋਈ ਤੁਹਾਡੀ ਨਾਲ? ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ, ਬਲਕਿ ਖੁਸ਼ ਹੋਣਾ ਚਾਹੀਦਾ ਹੈ। ਬੇਟੇ ਨੂੰ ਬਾਪ ਤੋਂ ਅੱਗੇ ਜਾਣਾ ਚਾਹੀਦਾ ਹੈ, ਇੰਝ ਨਹੀਂ ਹੋਣਾ ਚਾਹੀਦਾ ਬਈ ਨੂਰ ਮੁਹੰਮਦ ਟੋਪੀਆਂ ਵਾਲੇ ਦੇ ਘਰ ਅਲਾਮਾ ਇਕਬਾਲ ਜੰਮ ਪਵੇ ਅਤੇ ਅਲਾਮਾ ਇਕਬਾਲ ਦੇ ਘਰ ਫਿਰ ਨੂਰ ਮੁਹੰਮਦ ਟੋਪੀਆਂ ਵਾਲਾ ਜੰਮ ਪਵੇ। ਇੰਝ ਨਹੀਂ ਹੋਣਾ ਚਾਹੀਦਾ। ਅਤੇ ਪੰਜਾਬੀ ਸ਼ਾਇਰੀ ਨੂੰ ਚੁਣਨ ਦਾ ਜਿਹੜਾ ਤੁਹਾਡਾ ਇਹ ਆਪਣਾ ਖਿਆਲ ਸੀ ਜਾਂ ਯਾਨੀ ਉਰਦੂ ਵੀ ਹੈ, ਬਾਕੀ ਵੀ ਜ਼ਬਾਨਾਂ ਹੈਗੀਆਂ ਨੇ, ਅਤੇ ਪੰਜਾਬੀ ਨਾਲ ਹੀ ਕਿਉਂ ਐਡਾ ਜਿਹੜਾ ਪਿਆਰ ਅਤੇ ਖਿਆਲ ਇਹ ਕਿਉਂ ਆਇਆ ਕਿ ਪੰਜਾਬੀ 'ਚ ਹੀ ਕਰਨੀ? ਬਸ ਇਹ ਜੀ ਇੰਝ ਹੋਇਆ ਕਿ ਮੈਂ 1992 ਤੱਕ ਉਰਦੂ ਗਜ਼ਲ ਹੀ ਕਹੀ ਹੈ। 92 ਵਿੱਚ ਮੈਂ ਮੁਨੀਰ ਨਿਆਜ਼ੀ ਮਰਹੂਮ ਦਾ ਇੱਕ ਇੰਟਰਵਿਊ ਪੜ੍ਹ ਲਿਆ, ਜਿਹਦੇ ਵਿੱਚ ਉਹਨਾਂ ਨੇ ਫਰਮਾਇਆ ਸੀ ਕਿ ਪੰਜਾਬੀ ਜ਼ੁਬਾਨ ਹੀ ਇਸ ਕਾਬਲ ਨਹੀਂ ਕਿ ਇਹਦੇ ਵਿੱਚ ਜਦੀਦ ਗਜ਼ਲ ਕਹੀ ਜਾ ਸਕੇ। ਸ਼ਾਹ ਜੀ ਸੋਚ ਹੈ ਆਪਣੀ ਆਪਣੀ। ਮਿਸਾਲ ਦੇ ਤੌਰ 'ਤੇ ਮੈਨੂੰ ਕੋਈ ਕਹੇ ਤੂੰ ਜਹਾਜ਼ ਬਣਾ ਲੈਣਾ, ਅਤੇ ਮੈਂ ਦੋ ਗੱਲਾਂ ਨੇ, ਜਾਂ ਤਾਂ ਮੈਂ ਉਹਨੂੰ ਕਹਾਂ ਬਣਾ ਲੈਣਾ ਜਾਂ ਉਹਨੂੰ ਮੈਂ ਕਹਾਂ ਨਹੀਂ ਬਣਾ ਲੈਂਦਾ। ਮੈਂ ਕਹਾਂ ਵੀ ਮੈਨੂੰ ਅਗਰ ਨਹੀਂ ਆਉਂਦਾ ਤਾਂ ਮੈਂ ਕਹਾਂ ਵੀ ਦੁਨੀਆ 'ਤੇ ਕੋਈ ਜਹਾਜ਼ ਬਣਾ ਹੀ ਨਹੀਂ ਸਕਦਾ, ਅਤੇ ਕਿੰਨੀ ਬੇਵਕੂਫਾਂ ਵਾਲੀ ਗੱਲ ਹੈ।
उन्होंने फरमाया कि पंजाबी जुबान ही ऐसी नहीं कि ये जदीद गज़ल कही जा सके भी तू कह मैथों नहीं होंदी तू ये ना कह भी हो ही नहीं सकती यह गल ही खा गई जी। मैं कहा भी हुण पंजाबी जुबान च ही होएगी तो जदीद गज़ल ही होएगी। यह गल लैके उठ बैठा जी मैं। यानी एक चैलेंज के तौर पर लिया तुसीं। हाँ जी बिल्कुल इंजी जी। मेरी माँ की जुबान में कोई एड्डी वड्डी गाल कढ़े मैं तो नहीं सह सकता। वाह वाह। यानी ये तो हाँ जी गैरत और अणख दा जी जी बिल्कुल बिल्कुल बिल्कुल। और कली ये नहीं मैं मेरा रद्दे मल ये नहीं थी। उस तो पहले मैं तकरीबन सैकड़ियां के हिसाब से उर्दू गज़लां कह चुकिया था। वो मैं एहतजाजन चुकियां ते लिजा के नहरां सुट्टियां। वो नहरां तुहाडे बहुत नज़दीक ने मैनूं दूर जाना पिया सी। और नहरां ते तुसीं निगरानी भी कीती कि वो तर गईयां ने उत्ते या डुब गईयां ने? नहीं जी अखां नाल डुबदा वेख के आया। ठीक हो गया जी। यानी ये समझ आ गई कि सही जिहड़ी पंजाबी दी सेवा है या पंजाबी दा प्रचार है उन्होंने चैलेंज समझ के और वो तुहानू जिहड़ा इंटरव्यू है उन्हें इत्थे लिया खड़ा किया कि तुसीं एक नवीं जिहद ते नवीं इमारत जिहड़ी है वो पंजाबी दी तामीर करो और उहदे उत्ते दसो लोकां नू कि इहदे उत्ते गज़ल कही जा सकदी। मैं अर्ज़ करना जी कि मैनू अमेरिका दे विच उर्दू मुशायरा हर साल हुंदा बल्कि मुशायरे हुंदे ने ते उत्थे मेरे दोस्त अक्सर जाते ने। मैनू ये ऑफर हुई कि तुसी अगर 8-10 उर्दू गज़लां कह लवो तो तुहानू वो अमेरिका वाला मुशायरा पढ़ाने। मैं उन्होंने कहा जी मर जाऊँगा इंज नहीं कराँगा। पंजाबी गज़ल ने मैनू कोई थोड़ी इज्जत नहीं दी कि मैं हुण अगों इज्जत लभदा फिरां। बहुत इज्जत दी मैनू पंजाबी गज़ल ने। मैं तो हुण पंजाबी गज़ल ही कहांगा। हुण जिहड़ी गज़ल आमद है या तखय्युल है वो चल रहा है? हाँ जी बिल्कुल। तो कोई ताज़ा शेर जिहड़ा अजे तक जिवें वो गुलूकार दसदे ने कि मैं वो पेश कर रहा जिहड़ा अजे तक मैंने नहीं गाया तो साडे वास्ते तुसीं ताज़ा शेर? हाँ जी मैं बहुत ताज़ा पेश करना जी। विचों धुआं निकलता पिया होएगा। जो तू बाकी छड्डी सी जो तू बाकी छड्डी सी बोटी नहीं सी हड्डी सी तू ते अख ना भर सकिया मैं ते झोली अड्डी सी। मेरे पिछे क्यों है तू तेरे कोल ते गड्डी सी। बच्चा कह के टाल गए गल ते मेरी वड्डी सी। मेरे लेख दे दाने ते 4 चफेरे खड्डी सी। लो जी तुहाडा हुक्म पूरा हो गया। नहीं जी नहीं। अच्छा नहीं कोई नहीं करो। ये जिहड़ी तखय्युल दी आमद है इहदी कोई ज़ुबान भी हुंदी है? तुसी जदों सोचदे हो तो ये कन्फर्म है कि तुसी किसी ना किसी ज़ुबान सोचते हो। सोचते वक्त कोई ना कोई ज़ुबान तुहानू इस्तेमाल करनी पैंदी है। मेरा मौकफ है कि तुसी जिस ज़ुबान विच सोचो उस ज़ुबान विच शेर कहो। बिल्कुल ठीक। तकल्लुफ नहीं होएगा फिर शेर च। अच्छा शायरी लई मुहब्बत दा होना कितना जरूरी? वो जी अवेलेबल होने की गल है। पाइया हो जाए अद्धा किलो हो जाए 3 पाव हो जाए किलो हो जाए मार्केट दस्तियाब हो फिर ना जी। यानी मुहब्बत जरूरी है या नहीं जरूरी? मैं तो नहीं जरूरी समझदा। ते जे हो जाए तो फिर?
ਹੋ ਜਾਵੇ ਤੇ ਤੁਹਾਡੀ ਆਪਦੀ ਬੇਵਕੂਫੀ ਹੈ, ਇਹਦਾ ਸ਼ਾਇਰੀ ਨਾਲ ਕੋਈ ਤਾਲੁਕ ਨਹੀਂ। ਅੱਛਾ, ਸ਼ਾਇਰ ਜਿਹੜੇ ਨੇ ਇਹ ਬੜੇ ਖਾਸ ਆਦਮੀ ਹੁੰਦੇ ਨੇ ਜੀ। ਤੇ ਸ਼ਾਇਰੀ ਦਾ ਜਿਹੜਾ ਹੈ ਉਹ ਮੁਆਸ਼ਰੇ ਤੇ ਆਮ ਇਨਸਾਨਾਂ ਦੀ ਜ਼ਿੰਦਗੀ ਤੇ ਕੀ ਅਸਰਾਤ ਮੁਰਤਬ ਹੁੰਦੇ ਨੇ? ਸ਼ਾਇਰੀ ਮਰਿਆਂ ਜਿਸਮਾਂ ਦੇ ਵਿੱਚ ਰੂਹ ਫੋਂਕਦੀ ਹੈ। ਸ਼ਾਇਰੀ ਜਾਨ ਦਿੰਦੀ ਵੀ ਹੈ ਤੇ ਜਾਨ ਲੈਂਦੀ ਵੀ ਹੈ। ਇਹ ਐਸੀ ਜ਼ੁਬਾਨ ਹੈ ਜੀ ਸ਼ਾਇਰੀ, ਇਹ ਜਿਹਨੂੰ ਕੱਖ ਸਮਝ ਨਹੀਂ ਆਉਂਦਾ ਇਹ ਜ਼ੁਬਾਨ ਉਹਨੂੰ ਵੀ ਸਮਝ ਆਉਂਦੀ ਹੈ। ਸ਼ਾਇਰੀ ਦੀ ਜ਼ੁਬਾਨ ਸਭ ਨੂੰ ਸਮਝ ਆਉਂਦੀ ਹੈ। ਇਹ ਠੀਕ ਹੈ ਕਿ ਕਿਸੇ ਨੂੰ ਘੱਟ ਕਿਸੇ ਨੂੰ ਚੋਖੀ। ਅੱਛਾ, ਇਹ ਕੋਈ ਸਿਆਸੀ ਸ਼ਾਇਰੀ ਵੀ ਹੁੰਦੀ ਹੈ? ਇਹ ਜੀ ਹੁੰਦੀ ਹੋਏਗੀ। ਬਕਵਾਸ ਦਾ ਨਾਂ ਸਿਆਸੀ ਸ਼ਾਇਰੀ ਅਗਰ ਰੱਖਿਆ ਹੋਇਆ ਤਾਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਅੱਛਾ, ਸ਼ਾਇਰੀ ਦੇ ਰਾਹ ਕੋਈ ਇਨਕਲਾਬ ਵੀ ਜਿਹੜੇ ਨੇ ਉਹ ਪੈਦਾ ਹੋਏ ਨੇ? ਇਹ ਪਾਕਿਸਤਾਨ ਕਿੰਝ ਬਣਿਆ ਸੀ? ਅਲਾਮਾ ਇਕਬਾਲ ਦੀ ਸ਼ਾਇਰੀ ਰਾਹੀਂ ਹੋਇਆ ਸੀ। ਤੇ ਇਸ ਤੋਂ ਵੱਡੇ ਵੱਡੇ ਇਨਕਲਾਬ ਵੀ ਹੈ ਨੇ, ਲੇਕਿਨ ਚੂੰਕਿ ਉਹ ਹੋਰ ਜ਼ੁਬਾਨਾਂ ਦੀ ਸ਼ਾਇਰੀ ਸੀ ਇਸ ਵਾਸਤੇ ਮੈਂ ਉਹ 'ਤੇ ਓਡੀ ਭਰਵੀਂ ਗੱਲ ਨਹੀਂ ਕਰ ਸਕਾਂਗਾ। ਲੇਕਿਨ ਹਾਂ ਹੋਇਆ। ਤੇ ਤੁਹਾਡੀ ਕੋਈ ਖਵਾਹਿਸ਼, ਕੋਈ ਜਿਹੜੀ ਸ਼ਾਇਰ ਯਾਨੀ ਬਤੌਰ ਸ਼ਾਇਰ ਜਿਹੜੀ ਪੂਰੀ ਹੋਵੇ, ਜਾਂ ਤੁਸੀਂ ਸਮਝਦੇ ਹੋ ਕਿ ਇੰਝ ਹੋ ਜਾਏ ਤਾਂ? ਇਹ ਜੀ ਮਾਲਕ ਦਾ ਮੇਰੇ 'ਤੇ ਬੜਾ ਕਰਮ ਹੈ। ਮੇਰੇ ਅੰਦਰ ਉਹ ਖਵਾਹਿਸ਼ਾਂ ਜਾਗਣ ਹੀ ਨਹੀਂ ਦਿੰਦਾ, ਅਤੇ ਜੇ ਕੋਈ ਜਾਗਦੀ ਹੈ ਤਾਂ ਉਹ ਪੂਰੀ ਵੀ ਕਰ ਦਿੰਦਾ। ਅਤੇ ਨਾਜਾਇਜ਼ ਖਵਾਹਿਸ਼ਾਂ ਤਾਂ ਮੈਂ ਬਿਲਕੁਲ ਉਹ ਤਾਂ ਮੈਂ ਆਪਦੇ ਵਿਹੜੇ ਨਹੀਂ ਵੜਨ ਦਿੰਦਾ। ਆਪਦੇ ਅੰਦਰ ਤੱਕ ਆਉਣ ਦੀ ਇਜਾਜ਼ਤ ਕੀ ਦੇਣੀ ਹੈ? ਨਾਜਾਇਜ਼ ਖਵਾਹਿਸ਼ਾਂ ਤਾਂ ਮੈਂ ਨੇੜੇ ਵੀ ਨਹੀਂ ਲੱਗਣ ਦਿੰਦਾ ਜੀ। ਆਪਣੇ ਚਾਹਣ ਵਾਲੇ ਜਿਹੜੇ ਪੂਰੀ ਦੁਨੀਆ 'ਚ ਨੇ, ਤੇ ਉਹਨਾਂ ਵਾਸਤੇ ਕੋਈ ਪੈਗਾਮ? ਪੂਰੀ ਦੁਨੀਆ ਦੇ ਪੰਜਾਬੀਓ, ਬਹੁਤ ਜੀਓ ਤੇ ਖੁੱਲ੍ਹ ਕੇ ਜੀਓ, ਤੇ ਜੀਵੇ ਪੰਜਾਬ। ਜ਼ਿੰਦਾਬਾਦ ਜੀ। ਤਜਮਲ ਸਾਹਿਬ, ਤਜਮਲ ਕਲੀਮ ਤੇ ਪੰਜਾਬੀ ਸ਼ਾਇਰੀ ਤੇ ਜਨਾਬ ਇਹ ਪੰਜਾਬੀਆਂ ਦਾ ਮਾਣ। ਇਹ ਇੱਕ ਬੜੀ ਵੱਡੀ ਗੱਲਬਾਤ ਅੱਜ ਅਸੀਂ ਜਨਾਬ ਤਜਮਲ ਕਲੀਮ ਹੋਰਾਂ ਨਾਲ ਕੀਤੀ ਹੈ, ਅਤੇ ਸਾਡੀ ਇਹ ਖੁਸ਼ਕਿਸਮਤੀ ਹੈ, ਸਾਡਾ ਮਾਣ ਹੈ ਕਿ ਉਹਨਾਂ ਨੇ ਸਾਨੂੰ ਵਕਤ ਦਿੱਤਾ ਹੈ ਅਤੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ, ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਹਮੇਸ਼ਾ ਯਾਦ ਰੱਖਣ ਵਾਲੀਆਂ ਨੇ। ਔਰ ਇਹ ਇਨਕਲਾਬ ਹੈ ਪੰਜਾਬੀ ਸ਼ਾਇਰੀ ਦੀ, ਜਿੰਨੀ ਉਹਨਾਂ ਨੇ ਸੇਵਾ ਕੀਤੀ ਹੈ, ਸਪੋਰਟ ਦਿੱਤੀ ਹੈ, ਔਰ ਉਹਨੂੰ ਚੈਲੰਜ ਸਮਝ ਕੇ ਕੀਤਾ ਹੈ, ਔਰ ਇਹਦੇ 'ਤੇ ਸਾਨੂੰ ਫਖਰ ਹੋਣਾ ਚਾਹੀਦਾ ਹੈ, ਔਰ ਅਸੀਂ ਫਖਰ ਕਰਦੇ ਰਹਾਂਗੇ। ਇਹ ਅੱਜ ਦੀ ਗੱਲਬਾਤ ਸੀ। ਮਿਲਣੇ ਆ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਬਹੁਤ ਸ਼ੁਕਰੀਆ ਤੁਹਾਡਾ। ਜੀਂਦੇ ਰਹੋ, ਜੀਵੇ ਪੰਜਾਬ।